ਗੁਰੂ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਅਪਾਰ ਕਿਰਪਾ ਦੇ ਨਾਲ ਕੱਲ੍ਹ ਆਪਾਂ ਅਰਦਾਸ ਦੇ ਚੌਥੇ ਪਹਿਰੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਦੀ ਰਲ ਮਿਲ ਕਰਕੇ ਵਿਚਾਰ ਕੀਤੀ ਸੀ। ਅੱਜ ਦਾ ਜੋ ਅਗਲਾ ਪਹਿਰਾ ਆਰੰਭ ਹੋ ਰਿਹਾ ਹੈ, ਪੰਜਵਾਂ ਪਹਿਰਾ ਅਰਦਾਸ ਦਾ, ਇਸ ਦੇ ਅੰਦਰ ਸਤਿਗੁਰੂ ਪਾਤਸ਼ਾਹ ਜੀ ਕਿਵੇਂ ਸਾਨੂੰ ਅਸੀਸਾਂ ਬਖਸ਼ਦੇ ਹਨ। ਅਰਦਾਸ ਦੇ ਵਿੱਚ ਅਸੀਂ ਕਿਸ ਜਜ਼ਬੇ ਦੇ ਨਾਲ, ਕਿਸ ਭਾਵਨਾ ਦੇ ਨਾਲ ਇਸ ਪਹਿਰੇ ਨੂੰ ਸੁਣਨਾ ਹੈ ਅਤੇ ਆਪਣੇ ਫਰਜ਼ ਨਿਭਾਉਣੇ ਹਨ। ਇਹ ਅਰਦਾਸ ਦੇ ਵਿੱਚੋਂ ਸਾਨੂੰ ਕੀ ਪ੍ਰਾਪਤੀ ਹੁੰਦੀ ਹੈ। ਆਓ ਪਹਿਲਾਂ ਇਸ ਦਾ ਇੱਕ ਵਾਰ ਪਾਠ ਕਰਦੇ ਹਾਂ, ਫਿਰ ਰਲ ਮਿਲ ਕਰਕੇ ਜਿਵੇਂ ਪਾਤਸ਼ਾਹ ਜੀ ਸੁਮਤ ਬਖਸ਼ਣਗੇ ਆਪਾਂ ਰਲ ਮਿਲ ਕਰਕੇ ਵਿਚਾਰਾਂ ਕਰਾਂਗੇ ਜੀ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ। ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ ਬਿਰਦ ਕੀ ਪੈਜ, ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲ ਬਾਲੇ, ਬੋਲੋ ਜੀ। ਇਹ ਪੰਜਵਾਂ ਪਹਿਰਾ ਹੈ ਅਰਦਾਸ ਦਾ, ਜਿਸ ਦੀ ਆਰੰਭਤਾ ਜਿਹੜੀ ਹੁੰਦੀ ਹੈ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ। ਇਸ ਤੋਂ ਪਹਿਲਾਂ ਜੋ ਅਸੀਂ ਅਰਦਾਸ ਦੇ ਵਿੱਚ ਵਿਚਾਰਿਆ ਹੈ ਉਹ 10 ਗੁਰੂ ਸਾਹਿਬਾਨਾਂ ਨੂੰ, 5 ਪਿਆਰੇ ਸਾਹਿਬਾਨਾਂ ਨੂੰ, 4 ਸਾਹਿਬਜ਼ਾਦਿਆਂ ਨੂੰ, 40 ਮੁਕਤਿਆਂ ਨੂੰ, ਜਿੰਨੇ ਵੀ ਸਿੰਘ ਸਿੰਘਣੀਆਂ ਭੁਜੰਗੀ ਸ਼ਹੀਦ ਹੋਏ ਹਨ, ਜਿਨ੍ਹਾਂ ਨੇ ਪੰਥ ਵਾਸਤੇ, ਕੌਮ ਵਾਸਤੇ ਸ਼ਹਾਦਤਾਂ ਦਿੱਤੀਆਂ ਹਨ, ਧਰਮ ਦੇ ਵਿੱਚ ਦ੍ਰਿੜਤਾ ਦਿਖਾਈ ਹੈ, ਅਡੋਲਤਾ ਦਿਖਾਈ ਹੈ, ਜਾਂ ਸ਼੍ਰੀ ਅਕਾਲ ਤਖਤ ਸਾਹਿਬ 5 ਤਖਤਾਂ ਦੀ ਸਮੁੱਚੇ ਗੁਰਧਾਮਾਂ ਦੇ ਵਿਚਾਰ ਆਪਾਂ ਰਲ ਮਿਲ ਕਰਕੇ ਕੀਤੀ ਹੈ। ਅੱਜ ਦਾ ਜੋ ਪਹਿਰਾ ਹੈ ਇਹ ਪਹਿਲਾ ਪਹਿਰਾ ਹੈ ਅਰਦਾਸ ਦਾ, ਜਿਸ ਦੇ ਵਿੱਚ ਪਹਿਲੀ ਮੰਗ ਰੱਖੀ ਗਈ ਹੈ। ਬਾਕੀ ਆਪਾਂ ਸਾਰਾ ਇਤਿਹਾਸ ਸਾਂਝਾ ਕੀਤਾ ਹੈ ਅਤੇ ਇਸ ਪਹਿਰੇ ਤੋਂ ਜਿਹੜੀ ਹੈ ਉਹ ਇੱਕ ਮੰਗ ਰੱਖੀ ਗਈ ਹੈ। ਅਤੇ ਮੰਗ ਕਿਹਦੇ ਵਾਸਤੇ ਹੈ? ਕਿਸੇ ਇਕੱਲੇ ਵਿਅਕਤੀ ਵਿਸ਼ੇਸ਼ ਵਾਸਤੇ ਜਾਂ ਕਿਸੇ ਇਕੱਲੀ ਵਿਸ਼ੇਸ਼ ਸੰਸਥਾ ਦੇ ਵਾਸਤੇ ਨਹੀਂ ਹੈ। ਉਹ ਹੈ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਮੁੱਚੇ ਖਾਲਸੇ ਦੇ ਵੱਲੋਂ, ਸਰਬੱਤ ਖਾਲਸੇ ਦੇ ਵੱਲੋਂ ਇਹ ਅਰਦਾਸ ਹੈ। ਅਤੇ ਅਰਦਾਸ ਜਿਹੜੀ ਹੈ ਇਹ ਸਮੁੱਚੇ ਪੰਥ ਸਰਬੱਤ ਖਾਲਸੇ ਵੱਲੋਂ ਕੀਤੀ ਜਾਂਦੀ ਹੈ। ਅਤੇ ਅਰਦਾਸੀਆ ਕੋਈ ਵੀ ਹੋਵੇ ਉਹ ਸਮੁੱਚੇ ਖਾਲਸੇ ਦਾ ਪ੍ਰਤੀਨਿਧ ਹੋ ਕੇ ਗੁਰੂ ਚਰਨਾਂ ਦੇ ਵਿੱਚ ਅਤੇ ਅਕਾਲ ਪੁਰਖ ਪਰਮਾਤਮਾ ਦੇ ਅੱਗੇ ਅਰਦਾਸ ਕਰਦਾ ਹੈ। ਇਸੇ ਲਈ ਸਿੱਖ ਧਰਮ ਦੇ ਅੰਦਰ, ਖਾਲਸਾ ਪੰਥ ਦੇ ਅੰਦਰ ਕੋਈ ਉਚੇਚੀ ਜਾਂ ਵਿਸ਼ੇਸ਼ ਵਿਵਸਥਾ ਨਹੀਂ ਹੈ ਕਿ ਅਰਦਾਸ ਸਿਰਫ ਇਸੇ ਹੀ ਮਨੁੱਖ ਨੇ ਕਰਨੀ ਹੈ। ਜਿਵੇਂ ਬਾਕੀ ਧਰਮਾਂ ਦੇ ਵਿੱਚ ਹੈ
ਕਿ ਇਸੇ ਹੀ ਜਾਤ ਦਾ ਮਨੁੱਖ ਆਹ ਕਾਰਜ ਕਰ ਸਕਦਾ ਹੈ, ਇਸੇ ਹੀ ਜਾਤ ਦੇ ਮਨੁੱਖ ਨੂੰ ਆਹ ਕਾਰਜ ਕਰਨ ਦਾ ਅਧਿਕਾਰ ਹੈ। ਖਾਲਸੇ ਦੇ ਅੰਦਰ ਜਿਹੜਾ ਵੀ ਸ਼ਾਮਲ ਹੋ ਗਿਆ, ਜਿਸਨੇ ਵੀ ਖੰਡੇ ਬਾਟੇ ਦੀ ਪਹੁ ਲੈ ਲਈ, ਉਹ ਹੀ ਗੁਰੂ ਚਰਨਾਂ ਦੇ ਵਿੱਚ ਖਾਲਸੇ ਦੇ ਪ੍ਰਤੀਨਿਧ ਬਣ ਕੇ, ਸੰਗਤ ਦਾ ਆਗੂ ਬਣ ਕੇ ਅਰਦਾਸ ਕਰ ਸਕਦਾ ਹੈ। ਕਿਉਂਕਿ ਅਰਦਾਸ ਗੁਰੂ ਦੇ ਅੱਗੇ ਕਰਨੀ ਹੈ ਅਤੇ ਕਰਨੀ ਸਮੁੱਚੀ ਖਾਲਸਾ ਕੌਮ ਪੰਥ ਵੱਲੋਂ ਹੈ। ਕੋਈ ਬੱਚਾ ਵੀ ਕਰ ਸਕਦਾ ਹੈ, ਕੋਈ ਵਡੇਰੀ ਉਮਰ ਦਾ ਵੀ ਕਰ ਸਕਦਾ ਹੈ। ਇਸ ਲਈ ਸਭ ਤੋਂ ਪਹਿਲੇ ਜ਼ਰੂਰੀ ਜਿਹੜੀ ਹੈ, ਉਹ ਸਾਨੂੰ ਵੀ ਅਤੇ ਸਾਡੇ ਬੱਚਿਆਂ ਨੂੰ ਵੀ ਅਰਦਾਸ ਜਿਹੜੀ ਹੈ ਉਹ ਯਾਦ ਹੋਣੀ ਜ਼ਰੂਰੀ ਹੈ। ਕਿ ਜੇ ਮੰਨ ਲਓ ਸਾਨੂੰ ਕਿਤੇ ਮੌਕਾ ਮਿਲੇ ਕਿ ਅਸੀਂ ਸਮੁੱਚੀ ਸੰਗਤ ਦੇ ਵੱਲੋਂ ਅਰਦਾਸ ਕਰਨੀ ਹੈ, ਅਤੇ ਸਾਨੂੰ ਜੇ ਅਰਦਾਸ ਯਾਦ ਹੋਵੇਗੀ ਅਤੇ ਅਸੀਂ ਬਿਨਾਂ ਝਿਜਕ ਤੋਂ ਸੰਗਤ ਦੇ ਮੋਹਰੀ ਹੋ ਕੇ ਗੁਰੂ ਚਰਨਾਂ ਦੇ ਵਿੱਚ, ਪ੍ਰਭੂ ਚਰਨਾਂ ਦੇ ਵਿੱਚ ਅਰਦਾਸ ਕਰ ਸਕਦੇ ਹਾਂ। ਖਾਲਸਾ ਸਦਾ ਹੀ ਜਿਹੜਾ ਹੈ ਉਹ ਸਰਬੱਤ ਹੈ, ਭਾਵ ਸਾਂਝਾ ਹੈ। ਇਸ ਦੇ ਵਿੱਚ ਕੋਈ ਵਿਸ਼ੇਸ਼ ਕਿਸੇ ਦੇ ਵਾਸਤੇ ਥਾਂ ਨਹੀਂ ਹੈ। ਇਹ ਜਿਹੜਾ ਵੀ ਖਾਲਸੇ ਦਾ ਹਿੱਸਾ ਬਣ ਗਿਆ, ਜਿਸਨੇ ਵੀ ਅੰਮ੍ਰਿਤਪਾਨ ਕਰ ਲਿਆ, ਇੱਕ ਇੱਕ ਪ੍ਰਾਣੀ ਖਾਲਸਾ ਅਕਾਲ ਪੁਰਖ ਪਰਮਾਤਮਾ ਦੀ ਲਾਡਲੀ ਫੌਜ ਹੈ। ਅਤੇ ਪਾਤਸ਼ਾਹ ਜੀ ਨੇ ਸਾਨੂੰ ਜਦੋਂ ਖੰਡੇ ਬਾਟੇ ਦੀ ਪਹੁਲ ਦਿੱਤੀ ਅਤੇ ਇੱਕ ਨਾਲ ਸਾਂਝੀਵਾਲਤਾ ਦਾ ਇਹ ਸੰਕਲਪ ਵੀ ਦ੍ਰਿੜ ਕਰਵਾਇਆ ਸੀ ਕਿ ਜਿਹਨੇ ਵੀ ਖੰਡੇ ਬਾਟੇ ਦੀ ਪਹੁਲ ਲਈ ਹੈ, ਉਹ ਸਦਾ ਦੇ ਵਾਸਤੇ ਵਾਸੀ ਜਿਹੜਾ ਹੈ ਆਨੰਦਪੁਰ ਸਾਹਿਬ ਦਾ ਹੈ। ਉਸ ਦਾ ਪਿਤਾ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਹੈ, ਅਤੇ ਉਸ ਦੀ ਮਾਤਾ ਸਾਹਿਬ ਕੌਰ ਜੀ ਸਮੁੱਚੇ ਖਾਲਸੇ ਦੀ ਮਾਤਾ ਹੈ। ਜਦੋਂ ਸਾਡਾ ਘਰ ਇੱਕ ਹੈ, ਸਾਡਾ ਪਿਤਾ ਇੱਕ ਹੈ, ਸਾਡੀ ਮਾਤਾ ਇੱਕ ਹੈ, ਅਤੇ ਫਿਰ ਅਸੀਂ ਸਾਰੇ ਸਰਬੱਤ ਖਾਲਸੇ ਦੇ ਜਿਹੜੇ ਹਾਂ ਹਿੱਸਾ ਹਾਂ, ਅਤੇ ਅਸੀਂ ਸਾਰੇ ਆਪਸ ਦੇ ਵਿੱਚ ਧਾਰਮਿਕ ਤੌਰ 'ਤੇ ਭੈਣ ਭਰਾ ਹਾਂ। ਚਾਹੇ ਕੋਈ ਖੰਡੇ ਬਾਟੇ ਦੀ ਪਹੁਲ ਲੈਣ ਵਾਲੀ ਬੀਬੀ ਹੈ ਅਤੇ ਚਾਹੇ ਕੋਈ ਵੀਰ ਹੈ। ਜਦੋਂ ਅਸੀਂ ਖੰਡੇ ਬਾਟੇ ਦੀ ਪਹੁਲ ਲੈ ਲਈ ਅਤੇ ਅਸੀਂ ਸਰਬੱਤ ਖਾਲਸੇ ਦੇ ਮੈਂਬਰ ਬਣ ਜਾਂਦੇ ਹਾਂ, ਉਸ ਦਾ ਹਿੱਸਾ ਬਣ ਜਾਂਦੇ ਹਾਂ। ਅਤੇ ਜਿਹੜੀ ਇਹ ਖਾਲਸੇ ਦੀ ਅੰਦਰ ਏਕਤਾ ਦੀ, ਕੌਮੀਅਤ ਦੀ ਵਿਰਾਸਤ ਹੈ ਜਾਂ ਭਾਵਨਾ ਹੈ, ਇਸ ਨੇ ਕੁਝ ਹੀ ਵਰ੍ਹਿਆਂ ਦੇ ਵਿੱਚ ਸੰਸਾਰ ਦੇ ਇਤਿਹਾਸ ਦੇ ਵਿੱਚ ਆਪਣੀ ਇੱਕ ਵਿਲੱਖਣ ਪਹਿਚਾਣ ਬਣਾਈ ਹੈ। ਅਤੇ ਜਦੋਂ ਅਸੀਂ ਅਰਦਾਸ ਦੇ ਵਿੱਚ ਜੁੜਦੇ ਹਾਂ, ਜੋ ਅਸੀਂ ਪਿੱਛੇ ਪੜ੍ਹ ਕੇ ਸੁਣ ਕੇ ਆਏ ਹਾਂ, ਵਿਚਾਰ ਕੇ ਆਏ ਹਾਂ, ਇਹ ਇੱਕ ਖਾਲਸੇ ਦੇ ਇਤਿਹਾਸ ਦਾ ਸੰਖੇਪ ਰੂਪ ਹੈ, ਜਿਹਦੇ 'ਚ 5 ਪਿਆਰੇ ਸਾਹਿਬਾਨ ਸ਼ਾਮਲ ਹਨ, 4 ਸਾਹਿਬਜ਼ਾਦੇ ਸ਼ਾਮਲ ਹਨ, 40 ਮੁਕਤੇ ਸ਼ਾਮਲ ਹਨ, ਹੱਠੀਆਂ ਜੱਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਈ, ਦੇਖ ਕੇ ਅਣਡਿੱਠ ਕੀਤਾ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹੇ, ਆਰਿਆਂ ਨਾਲ ਚਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਜਿਨ੍ਹਾਂ ਨੇ ਖੰਡੇ ਬਾਟੇ ਦੀ ਪਹੁਲ ਲੈ ਕੇ ਦ੍ਰਿੜਤਾ ਦਿਖਾਈ ਗੁਰੂ ਦੇ ਬਚਨਾਂ ਦੇ ਨਾਲ, ਉਹ ਸਾਰਿਆਂ ਦਾ ਇਤਿਹਾਸ ਅਸੀਂ ਸੰਖੇਪ ਦੇ ਵਿੱਚ ਅਰਦਾਸ ਦੇ ਵਿੱਚ ਰੋਜ਼ਾਨਾ ਯਾਦ ਕਰਦੇ ਹਾਂ, ਜਿਸ ਦੇ ਸਾਰੇ ਸੰਸਾਰ ਦੇ ਧਰਮਾਂ ਦੇ ਵਿੱਚੋਂ ਵਿਲੱਖਣਤਾ ਹੈ ਕਿ ਅਸੀਂ ਸਦਾ ਇੱਕ ਦੂਸਰੇ ਦਾ ਭਲਾ ਮੰਗਦੇ ਹਾਂ। ਅਰਦਾਸ ਕੋਈ ਵੀ ਕਰੇ, ਉਹ ਇਹੀ ਕਹੇਗਾ ਕਿ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ। ਸਭ ਤੋਂ ਪਹਿਲੀ ਅਰਦਾਸ ਸਮੁੱਚੇ ਖਾਲਸਾ ਪੰਥ ਦੀ ਹੈ। ਅਤੇ ਜਦੋਂ ਅਸੀਂ ਇਸ ਭਾਵਨਾ ਦੇ ਨਾਲ ਅਰਦਾਸ ਕਰਾਂਗੇ ਕਿ ਪਰਮਾਤਮਾ ਗੁਰੂ ਪਾਤਸ਼ਾਹ ਸਾਡੇ 'ਤੇ ਕਿਰਪਾ ਰਹਿਮਤ ਕਰਨ, ਅਸੀਂ ਇਕੱਠਿਆਂ ਜੂਣ ਦੀ ਅਤੇ ਖਾਲਸੇ ਦੇ ਇੱਕ ਰੰਗ ਦੇ ਵਿੱਚ ਰੰਗੇ ਹੋਣ ਦੀ ਅਰਦਾਸ ਕਰਦੇ ਹਾਂ, ਪ੍ਰਭੂ ਚਰਨਾਂ ਦੇ ਵਿੱਚ ਬੇਨਤੀ ਕਰਦੇ ਹਾਂ। ਅਤੇ ਜਦੋਂ ਅਸੀਂ ਅੰਮ੍ਰਿਤ ਵੀ ਛਕਿਆ ਸੀ ਅਤੇ ਸਾਨੂੰ ਕੋਈ ਅਲੱਗ ਕੀਤਾ ਨਹੀਂ ਗਿਆ ਸੀ, ਨਾ ਹੀ ਅਲੱਗ ਬਿਠਾਇਆ ਗਿਆ ਸੀ। ਜਿਹੜੇ ਅਲੱਗ ਬੈਠਣਾ ਚਾਹੁੰਦੇ ਸਨ, ਪਹਾੜੀ ਰਾਜੇ, ਉਹ ਕਹਿੰਦੇ ਸਨ ਸਾਡੇ ਵਾਸਤੇ ਖੰਡੇ ਬਾਟੇ ਦੀ ਪਹੁਲ ਅਲੱਗ ਤਿਆਰ ਕਰੋ, ਅਤੇ ਆਪਣੇ ਸਿੱਖਾਂ ਦੇ ਵਾਸਤੇ ਜਿਹੜੇ ਸ਼ੂਦਰ ਹਨ, ਨੀਵੀਆਂ ਜਾਤਾਂ ਦੇ ਹਨ, ਉਹਨਾਂ ਦੇ ਵਾਸਤੇ ਖੰਡੇ ਬਾਟੇ ਦੀ ਪਹੁਲ ਅਲੱਗ ਤਿਆਰ ਕਰੋ।
ਤੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਮਨਾ ਕਰ ਦਿੱਤਾ ਸੀ ਕਿ ਨਹੀਂ, ਜਿਹੜਾ ਖਾਲਸਾ ਹੈ ਉਹ ਇੱਕੋ ਹੀ ਖੰਡੇ ਦੀ ਧਾਰ ਦੇ ਵਿੱਚੋਂ ਪੈਦਾ ਹੋਵੇਗਾ। ਇੱਥੇ ਕਿਸੇ ਦੇ ਨਾਲ ਜਾਤ ਕਰਕੇ ਜਾਂ ਕੁੱਲ ਕਰਕੇ ਵਿਤਕਰਾ ਨਹੀਂ ਹੋਵੇਗਾ। ਤੇ ਜਦੋਂ ਅਸੀਂ ਅੰਮ੍ਰਿਤ ਛਕਦੇ ਹਾਂ ਉਸ ਵੇਲੇ ਸਾਨੂੰ ਇਹ ਦ੍ਰਿੜ ਕਰਵਾਇਆ ਜਾਂਦਾ ਹੈ, ਭਾਵੇਂ ਅਸੀਂ ਬਾਅਦ ਦੇ ਵਿੱਚ ਨਹੀਂ ਮੰਨਦੇ, ਉਸ ਦੇ ਵਿੱਚ ਵੀ ਅਸੀਂ ਪ੍ਰਪਾਕਾਂ ਕਿ ਅਸੀਂ ਗੱਲ ਨਹੀਂ ਮੰਨਣੀ, 99% ਅਸੀਂ ਉਸ ਗੱਲ ਨੂੰ ਮੰਨਦੇ ਹੀ ਨਹੀਂ। ਪਰ ਸਾਨੂੰ ਦ੍ਰਿੜ ਪੰਜ ਪਿਆਰੇ ਸਾਹਿਬਾਨ ਕਰਾਉਂਦੇ ਹਨ ਕਿ ਅੱਜ ਤੋਂ ਤੁਸੀਂ ਖੰਡੇ ਬਾਟੇ ਦੀ ਪਹੁਲ ਲਈ ਹੈ, ਅੱਜ ਤੋਂ ਤੁਹਾਡੀ ਕੁੱਲ ਨਾਸ਼, ਤੁਹਾਡੇ ਕਰਮ ਨਾਸ਼, ਤੁਹਾਡਾ ਧਰਮ ਨਾਸ਼, ਤੁਹਾਡੀ ਕਿਰਤ ਨਾਸ਼ ਹੋ ਗਈ ਹੈ। ਜਾਤ ਕੁੱਲ ਗੋਤ ਦੇ ਤੁਸੀਂ ਅਲੱਗ ਹੋ ਗਏ ਹੋ, ਹੁਣ ਤੁਸੀਂ ਸਾਰੇ ਖਾਲਸਾ ਪਰਿਵਾਰ ਦੇ ਮੈਂਬਰ ਹੋ। ਤੁਹਾਡੇ ਸਾਰਿਆਂ ਦੇ ਨਾਮ ਦੇ ਨਾਲ ਸਿੰਘ ਲੱਗਦਾ ਹੈ ਅਤੇ ਬੀਬੀਆਂ ਦੇ ਨਾਮ ਦੇ ਨਾਲ ਕੌਰ ਲੱਗਦਾ ਹੈ। ਅੱਜ ਤੋਂ ਬਾਅਦ ਤੁਹਾਡੀ ਕੋਈ ਵੱਖਰੀ ਜਾਤ ਗੋਤ ਕੁੱਲ ਨਹੀਂ ਹੈ। ਪਰ ਅਸੀਂ ਫਿਰ ਵੀ ਆਪਣੀਆਂ ਜਾਤਾਂ ਦਿਖਾਉਂਦੇ ਹਾਂ, ਆਪਣੇ ਗੋਤ ਦਿਖਾਉਂਦੇ ਹਾਂ, ਆਪਣੀਆਂ ਕੁੱਲਾਂ ਦਿਖਾਉਂਦੇ ਹਾਂ ਕਿ ਮੈਂ ਫਲਾਨੀ ਕੁੱਲ ਦੇ ਵਿੱਚੋਂ ਹਾਂ, ਮੈਂ ਫਲਾਣੇ ਗੋਤ ਦੇ ਵਿੱਚੋਂ ਹਾਂ। ਇਹ ਜਿਹੜਾ ਆਪਣੇ ਨਾਵਾਂ ਦੇ ਪਿੱਛੇ ਲਾਉਣਾ, ਜਦੋਂ ਗੁਰੂ ਪਾਤਸ਼ਾਹ ਜੀ ਕਿਰਪਾ ਕਰਨਗੇ ਅਸੀਂ ਸਿੱਖ ਰਹਿਤ ਮਰਿਆਦਾ ਦੀ ਵਿਚਾਰ ਕਰਾਂਗੇ, ਉਸ ਦੇ ਵਿੱਚ ਤੇ ਸਿੱਧੇ ਤੌਰ 'ਤੇ ਲਿਖਿਆ ਹੋਇਆ ਹੈ ਕਿ ਸਿੱਖ ਨੇ ਆਪਣੇ ਨਾਮ ਦੇ ਨਾਲ ਨਾ ਜਾਤ ਲਾਉਣੀ ਨਾ ਗੋਤ ਲਾਉਣਾ। ਅਸੀਂ ਫਿਰ ਵੀ ਲਾਉਂਦੇ ਹਾਂ, ਭਾਵੇਂ ਸਾਨੂੰ ਦ੍ਰਿੜ ਕਰਵਾਇਆ ਜਾਂਦਾ ਹੈ। ਅਤੇ ਜਦੋਂ ਅਸੀਂ ਸਾਰੇ ਖਾਲਸੇ ਬਣ ਗਏ ਅਤੇ ਫਿਰ ਸਾਡਾ ਗੁਰੂ ਘਰ ਦੇ ਅੰਦਰ ਇੱਕ ਨਵਾਂ ਜਨਮ ਹੁੰਦਾ ਹੈ, ਜਦੋਂ ਅਸੀਂ ਸਾਰੇ ਸਰਬੱਤ ਖਾਲਸੇ ਦੇ ਸਾਂਝੇ ਭਰਾ ਬਣ ਜਾਂਦੇ ਹਾਂ। ਭਾਈਬੰਦੀ ਜਿਹੜੀ ਸਾਡੇ ਸਾਰਿਆਂ ਦੇ ਵਿੱਚ ਫਿਰ ਪ੍ਰਬਲ ਹੋ ਜਾਂਦੀ ਹੈ ਕਿ ਅਸੀਂ ਸਾਰੇ ਸਮੁੱਚੇ ਇੱਕ ਪਰਿਵਾਰ ਦੇ, ਇੱਕ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਇੱਕ ਮਾਤਾ ਧੰਨ ਮਾਤਾ ਸਾਹਿਬ ਕੌਰ ਜੀ ਦੇ ਬੱਚੇ ਹਾਂ। ਇਸੇ ਲਈ ਗੁਰਬਾਣੀ ਦੇ ਅੰਦਰ ਫਰਮਾਨ ਹੈ ਕਿ ਸਤਿਗੁਰ ਕੈ ਗਵਨੈ ਜਨਮੈ ਗਵਨ ਮਿਟਾਇਆ। ਜਦੋਂ ਸਤਿਗੁਰੂ ਦੇ ਦਰ 'ਤੇ ਜਾਵਾਂਗੇ, ਸਤਿਗੁਰੂ ਦਾ ਉਪਦੇਸ਼ ਕਮਾ ਲਵਾਂਗੇ, ਸਾਡਾ ਫਿਰ ਪਿਛਲਾ ਕਰਮ, ਪਿਛਲਾ ਜਨਮ ਨਾਸ਼ ਹੋ ਜਾਵੇਗਾ। ਸਾਡਾ ਉਹ ਨਿਰਮਲ ਜਨਮ ਹੋਵੇਗਾ ਜਿਸ ਦੇ ਵਿੱਚੋਂ ਸਾਡਾ ਗਵਨ ਖਤਮ ਹੋ ਜਾਵੇਗਾ, ਭਾਵ ਆਵਾਗਮਨ ਦਾ ਚੱਕਰ, ਜਨਮ ਮਰਨ ਦਾ ਗੇੜ ਉਹ ਨਾਸ਼ ਹੋ ਜਾਵੇਗਾ। ਅਤੇ ਜਦੋਂ ਅਸੀਂ ਖਾਲਸੇ ਪਰਿਵਾਰ ਦੇ ਮੈਂਬਰ ਬਣਦੇ ਹਾਂ ਅਤੇ ਫਿਰ ਸਾਡੇ ਸਾਰਿਆਂ ਦੀ ਇੱਕ ਹੀ ਅਰਦਾਸ ਹੁੰਦੀ ਹੈ, ਉਹ ਹੁੰਦੀ ਹੈ ਸਮੂਹਿਕ ਕਾਮਨਾ ਕਿ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ। ਉਹ ਸਾਰੇ ਜੀਆਂ ਦੇ ਵਾਸਤੇ ਹੈ ਅਤੇ ਸਾਰਿਆਂ ਦੇ ਵਾਸਤੇ ਹੀ ਅਸੀਂ ਪਰਮਾਤਮਾ ਦੇ ਪਾਸੋਂ ਨਾਮ ਦੀ ਦਾਤ ਵੀ ਮੰਗਦੇ ਹਾਂ, ਜੋ ਕੱਲ੍ਹ ਦੇ ਅਗਲੇ ਬੰਦ ਦੇ ਵਿੱਚ ਅਸੀਂ ਰਲ ਮਿਲ ਕਰਕੇ ਵਿਚਾਰਾਂਗੇ। ਅਤੇ ਇਸੇ ਹੀ ਸਰਬੱਤ ਖਾਲਸੇ ਦੀ ਨਾਲ ਜੁੜ ਕੇ ਅਸੀਂ ਸਾਂਝੀ ਵਾਲਤਾ ਦਾ ਜਿਹੜਾ ਹੈ ਉਹ ਇੱਕ ਖਾਲਸੇ ਨੂੰ ਪ੍ਰਤੀਕ ਵੀ ਦ੍ਰਿੜ ਕਰਵਾਉਂਦੇ ਹਾਂ। ਅਤੇ ਖਾਲਸੇ ਦਾ ਜਿਹੜਾ ਕਰਮ ਹੈ ਸਾਂਝੀ ਵਾਲਤਾ ਦਾ, ਉਹ ਇਸ ਗੱਲ ਦਾ ਵੀ ਪ੍ਰਤੀਕ ਹੈ ਕਿ ਸਾਡੇ ਉੱਤੇ ਕੋਈ ਵਿਅਕਤੀ ਵਿਸ਼ੇਸ਼ ਜਾਂ ਕੋਈ ਸੰਸਥਾ ਆਪਣਾ ਫੈਸਲਾ ਥੋਪ ਨਹੀਂ ਸਕਦੀ ਕਿ ਇਹ ਮੇਰਾ ਮਨ ਕਰਦਾ ਹੈ ਜਾਂ ਇਹ ਮੇਰੀ ਸੰਸਥਾ ਨੂੰ ਚੰਗਾ ਲੱਗਦਾ ਹੈ ਅਤੇ ਸਾਰੇ ਖਾਲਸੇ ਨੂੰ ਮੰਨਣਾ ਪਵੇ, ਸਾਰੀਆਂ ਸੰਗਤਾਂ ਨੂੰ ਮੰਨਣਾ ਪਵੇ। ਸਿੱਖ ਧਰਮ ਦੇ ਅੰਦਰ, ਖਾਲਸੇ ਪੰਥ ਦੇ ਅੰਦਰ ਇਹ ਮਨੌਤ ਨਹੀਂ ਹੈ। ਜਦੋਂ ਵੀ ਫੈਸਲਾ ਹੋਵੇਗਾ ਉਹ ਪੰਥਕ ਰੂਪ ਦੇ ਵਿੱਚ ਸਾਂਝਾ ਫੈਸਲਾ ਹੋਵੇਗਾ ਅਤੇ ਸਰਬੱਤ ਖਾਲਸੇ ਨੂੰ ਮੰਨਣਾ ਹੈ। ਅਤੇ ਜੇ ਕੋਈ ਇਸ ਮਨੌਤ ਨੂੰ ਤੋੜਨ ਦਾ ਯਤਨ ਕਰਦਾ ਹੈ ਕਿ ਨਹੀਂ ਮੇਰੀ ਸੰਸਥਾ ਦਾ ਫੈਸਲਾ ਸਾਰਾ ਖਾਲਸਾ ਪੰਥ ਮੰਨੇ, ਜਾਂ ਮੇਰੇ ਇੱਕ ਵਿਅਕਤੀ ਵਿਸ਼ੇਸ਼ ਦਾ ਫੈਸਲਾ ਸਾਰਾ ਖਾਲਸਾ ਪੰਥ ਮੰਨੇ, ਅਤੇ ਸਾਨੂੰ ਉਸ ਦਾ ਵਿਰੋਧ ਵੀ ਕਰਨਾ ਹੈ। ਕਿਉਂਕਿ ਜਿਹੜਾ ਇੱਕ ਵਿਅਕਤੀ ਵਿਸ਼ੇਸ਼ ਕੋਈ ਆਪਣਾ ਫੈਸਲਾ ਥੋਪੇਗਾ, ਕੱਲ੍ਹ ਨੂੰ ਕੋਈ ਉਸ ਤੋਂ ਹੋਰ ਤਾਕਤਵਰ ਆ ਜਾਵੇਗਾ, ਉਹ ਆਪਣਾ ਫੈਸਲਾ ਥੋਪ ਦੇਵੇਗਾ। ਇਸ ਤਰੀਕੇ ਦੇ ਨਾਲ ਖਾਲਸਾ ਪਰਿਵਾਰ ਦੇ ਅੰਦਰ ਵੰਡੀਆਂ ਪੈਣਗੀਆਂ। ਖਾਲਸੇ ਦੇ ਵਿੱਚ ਵੰਡੀਆਂ ਨਾ ਪੈਣ, ਇਸੇ ਲਈ ਉਸਨੂੰ ਅਰਦਾਸ ਦੇ ਵਿੱਚ ਪ੍ਰਥਮੇ ਸਰਬੱਤ ਖਾਲਸਾ ਭਾਵ ਸਮੁੱਚੇ ਖਾਲਸੇ ਪੰਥ ਦੇ ਵੱਲੋਂ ਅਰਦਾਸ ਬੇਨਤੀ ਕੀਤੀ ਜਾਂਦੀ ਹੈ। ਜਦੋਂ ਮਿਸਲਾਂ ਦਾ ਵੇਲਾ ਸੀ, 13-14 ਮਿਸਲਾਂ ਬਣ ਗਈਆਂ ਸਨ, ਪਰ ਜਦੋਂ ਪੰਥ ਦੀ ਗੱਲ ਹੁੰਦੀ ਸੀ ਉਸ ਵੇਲੇ ਉਹਨਾਂ ਦਾ ਇੱਕ ਹੀ ਨਾਅਰਾ ਹੁੰਦਾ ਸੀ, ਮਿਸਲ ਵੰਡ ਅਬ ਕਬੂ ਨਾ ਪਾਵੋਂ, ਰਲ ਮਿਲ ਆਪਣਾ ਪੰਥ ਬਚਾਵੋ। ਅਸੀਂ
ਆਪਣੇ ਧੜੇ ਭਾਵੇਂ ਬਣਾਏ ਹਨ, ਪਰ ਖਾਲਸੇ ਪੰਥ ਦੀ ਗੱਲ ਦੇ ਵਿੱਚ ਅਸੀਂ ਸਾਰੇ ਇੱਕੋ ਥਾਂ ਦੇ ਉੱਤੇ, ਇੱਕੋ ਮਨੌਤ ਦੇ ਉੱਤੇ, ਇੱਕੋ ਹੀ ਫੈਸਲੇ ਦੇ ਉੱਤੇ ਖੜ੍ਹੇ ਹਾਂ। ਅਤੇ ਖਾਲਸਾ ਪਰਿਵਾਰ ਜਿਹੜਾ ਹੈ, ਬਹੁਤ ਵਾਰ ਇਹ ਸਵਾਲ ਆਪ ਜੀ ਦੇ ਮਨ ਵਿੱਚ ਵੀ ਉੱਠਿਆ ਹੋਵੇਗਾ ਜਾਂ ਤੁਹਾਨੂੰ ਵੀ ਕਿਸੇ ਨੇ ਪੁੱਛਿਆ ਹੋਵੇਗਾ ਕਿ ਖਾਲਸਾ ਜਿਹੜਾ ਹੈ ਇਹ ਜਾਂ ਸਿੱਖ ਇੱਕ ਕੌਮ ਕਿਵੇਂ ਹੈ। ਇੱਕ ਪ੍ਰਸਿੱਧ ਰਾਜਨੀਤਿਕ ਹੋਇਆ ਹੈ ਡਾਕਟਰ ਰੈਣਾ, ਉਸਨੇ ਲਿਖਿਆ ਕਿ ਕੌਮੀਅਤ, ਇੱਕ ਕੌਮ ਨੂੰ ਬਣਨ ਦੇ ਵਾਸਤੇ, ਕੌਮੀਅਤ ਪੈਦਾ ਹੋਣ ਦੇ ਵਾਸਤੇ ਦੋ ਸ਼ਰਤਾਂ ਜ਼ਰੂਰੀ ਹਨ। ਇੱਕ ਉਹਨਾਂ ਸਾਰਿਆਂ ਦਾ ਸਾਂਝਾ ਅਮੀਰ ਪਰੰਪਰਿਕ ਵਿਰਸਾ ਜਿਸ ਦੇ ਉੱਪਰ ਉਹਨਾਂ ਨੂੰ ਮਾਣ ਹੋਵੇ, ਅਤੇ ਦੂਸਰਾ ਇਕੱਠਿਆਂ ਜਿਉਣ ਦੀ ਲਾਲਸਾ। ਅਤੇ ਸਾਡੇ ਕੋਲ ਵਿਰਸਾ ਜਿਹੜਾ ਹੈ ਉਹ ਸ਼ਹਾਦਤਾਂ ਦੇ ਨਾਲ, ਕੁਰਬਾਨੀਆਂ ਦੇ ਨਾਲ, ਧਰਮ ਦੇ ਪ੍ਰਤੀ ਦ੍ਰਿੜਤਾ ਦੇ ਨਾਲ, ਅਡੋਲਤਾ ਦੇ ਨਾਲ ਭਰਿਆ ਹੋਇਆ ਹੈ। ਸਾਨੂੰ ਆਪਣੇ ਸ਼ਹੀਦਾਂ ਦੇ ਉੱਤੇ, ਆਪਣੇ ਵਿਰਸੇ ਦੇ ਉੱਤੇ ਮਾਣ ਹੈ। ਅਤੇ ਦੂਸਰਾ ਸਾਂਝੀਵਾਲਤਾ ਜਾਂ ਇਕੱਠਿਆਂ ਜਿਉਣ ਦੀ ਲਾਲਸਾ, ਉਹ ਵੀ ਅਸੀਂ ਅਰਦਾਸ ਦੇ ਵਿੱਚ ਜਿਸ ਅੱਖਰ ਦੀ ਵਿਚਾਰ ਕਰ ਰਹੇ ਹਾਂ ਕਿ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ, ਇਹ ਸਾਨੂੰ ਇਕੱਠਿਆਂ ਇੱਕੋ ਰੰਗ ਦੇ ਵਿੱਚ ਜਿਉਣ ਦੀ ਜਿਹੜੀ ਹੈ ਉਹ ਕਹਿ ਲਓ ਇੱਕ ਸਿੱਖਿਆ ਵੀ ਦਿੰਦੀ ਹੈ ਕਿ ਅਸੀਂ ਸਾਰਿਆਂ ਨੇ ਇੱਕ ਤਰੀਕੇ ਦੇ ਨਾਲ ਹੀ ਆਪਣਾ ਜੀਵਨ ਬਤੀਤ ਕਰਨਾ ਹੈ। ਉਹ ਹੈ ਗੁਰੂ ਦੀ ਸਿੱਖਿਆ। ਅਤੇ ਜਦੋਂ ਅਸੀਂ ਅੰਮ੍ਰਿਤਪਾਨ ਕਰਦੇ ਹਾਂ, ਖਾਲਸੇ ਬਣਦੇ ਹਾਂ, ਖਾਲਸਾ ਪਰਿਵਾਰ ਦੇ ਵਿੱਚ ਸ਼ਾਮਲ ਹੁੰਦੇ ਹਾਂ, ਉਸ ਵੇਲੇ ਸਾਨੂੰ ਅੰਮ੍ਰਿਤ ਛਕਾਉਣ ਦਾ ਤਰੀਕਾ ਵੀ ਇੱਕ ਹੈ। ਸਾਨੂੰ ਕਕਾਰ ਵੀ ਇੱਕੋ ਜਿਹੇ ਦਿੱਤੇ ਜਾਂਦੇ ਹਨ, ਜਿਹੜੀਆਂ ਅੰਮ੍ਰਿਤ ਦੀਆਂ ਚੂੜੀਆਂ ਦਿੱਤੀਆਂ ਜਾਂਦੀਆਂ ਹਨ ਉਹ ਵੀ ਇੱਕੋ ਹਨ, ਗਿਣਤੀ ਦੇ ਵਿੱਚ ਸਾਰਿਆਂ ਦੇ ਵਾਸਤੇ ਬਰਾਬਰ ਹਨ। ਅਤੇ ਸਾਨੂੰ ਹਿਦਾਇਤ ਵੀ ਇਹ ਹੈ ਕਿ ਸਾਰਿਆਂ ਨੇ ਕੇਸਾਂ ਦੀ ਬੇਅਦਬੀ ਨਹੀਂ ਕਰਨੀ, ਭਾਵ ਸਾਡਾ ਪਹਿਰਾਵਾ ਵੀ ਇੱਕ, ਸਾਡਾ ਬਾਣਾ ਵੀ ਇੱਕ, ਸਾਡੀ ਬਾਣੀ ਵੀ ਇੱਕ, ਅਤੇ ਸਾਡੀ ਜੀਵਨ ਜਾਚ ਵੀ ਜਿਹੜੀ ਹੈ ਉਹ ਇੱਕ ਹੈ। ਅਸੀਂ ਅੰਮ੍ਰਿਤ ਕਿੱਥੋਂ ਛਕਿਆ ਹੈ? ਹਜ਼ੂਰ ਸਾਹਿਬ ਤੋਂ ਛਕਿਆ ਹੈ, ਹਰਿਮੰਦਰ ਸਾਹਿਬ ਤੋਂ ਛਕਿਆ, ਅਕਾਲ ਤਖਤ ਸਾਹਿਬ ਤੋਂ, ਕੇਸਗੜ੍ਹ ਸਾਹਿਬ, ਅਨੰਦਪੁਰ ਸਾਹਿਬ ਤੋਂ ਛਕਿਆ ਹੈ, ਜਾਂ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਛਕਿਆ, ਜਾਂ ਪਟਨਾ ਸਾਹਿਬ ਤੋਂ ਛਕਿਆ ਹੈ। ਇਹ ਮਾਇਨੇ ਨਹੀਂ ਰਖਾਉਂਦਾ ਅਸੀਂ ਅੰਮ੍ਰਿਤ ਟਕਸਾਲ ਤੋਂ ਛਕਿਆ, ਮਸ਼ੀਨਰੀਆਂ ਦੇ ਪਾਸੋਂ ਛਕਿਆ, ਜਾਂ ਕਿਸੇ ਸੰਪਰਦਾਇ ਤੋਂ ਛਕਿਆ, ਇਹ ਮਾਇਨਾ ਨਹੀਂ ਰਖਾਉਂਦਾ। ਛਕਿਆ ਜਿਹੜਾ ਅੰਮ੍ਰਿਤ ਹੈ ਉਹ ਖਾਲਸੇ ਦਾ ਹੈ, ਉਹ ਸਾਡਾ ਇੱਕ ਪਰਿਵਾਰ ਦਾ ਹੈ, ਮਾਇਨਾ ਉਹ ਰਖਾਉਂਦਾ। ਇਸ ਲਈ ਅਸੀਂ ਇੱਕੋ ਪਰਿਵਾਰ ਸਾਂਝੇ ਦੇ ਮੈਂਬਰ ਹਾਂ। ਅਤੇ ਅੰਮ੍ਰਿਤ ਜਦੋਂ ਪ੍ਰਾਪਤ ਕੀਤਾ ਜਾਂਦਾ ਹੈ ਅਤੇ ਉਸ ਵੇਲੇ ਸਾਨੂੰ ਇਹ ਦ੍ਰਿੜ ਵੀ ਕਰਵਾਇਆ ਜਾਂਦਾ ਹੈ ਕਿ ਅੱਜ ਤੋਂ ਤੁਸੀਂ ਸਾਰੇ ਇੱਕੋ ਹੀ ਪਰਿਵਾਰ ਦੇ ਮੈਂਬਰ ਹੋ। ਇਹ ਨਹੀਂ ਕਿਹਾ ਜਾਂਦਾ ਕਿ ਤੁਸੀਂ ਅੱਜ ਟਕਸਾਲ ਵਾਲਿਆਂ ਦੇ ਪਾਸੋਂ ਅੰਮ੍ਰਿਤ ਛਕਿਆ ਅਤੇ ਤੁਸੀਂ ਇਕੱਲੇ ਇਕੱਲੇ ਉਹਨਾਂ ਦੇ ਹੀ ਮੈਂਬਰ ਹੋ, ਜਾਂ ਅਖੰਡ ਕੀਰਤਨੀ ਵਾਲਿਆਂ ਦੇ ਪਾਸੋਂ ਛਕਿਆ ਅਤੇ ਤੁਸੀਂ ਇਕੱਲੇ ਉਹਨਾਂ ਦੇ ਹੀ ਮੈਂਬਰ ਹੋ। ਜਦੋਂ ਅਸੀਂ ਅੰਮ੍ਰਿਤ ਛਕ ਲਿਆ, ਅਸੀਂ ਕਿਸੇ ਵੀ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਹੋਵਾਂਗੇ, ਪਰ ਸਾਡਾ ਸਾਂਝਾ ਪਰਿਵਾਰ ਜਿਹੜਾ ਹੈ ਉਹ ਇੱਕ ਖਾਲਸਾ ਹੈ। ਇਸ ਲਈ ਅਰਦਾਸ ਦੇ ਵਿੱਚ ਜਦੋਂ ਅਸੀਂ ਖਾਲਸੇ ਦੀ ਏਕਤਾ ਦੀ ਗੱਲ ਕਰਦੇ ਹਾਂ ਅਤੇ ਸਾਡੇ ਵਾਸਤੇ ਜਿਹੜਾ ਹੈ ਉਹ ਇਸ ਗੱਲ ਦਾ ਵੀ ਸਾਨੂੰ ਸਾਵਧਾਨਤਾ ਦ੍ਰਿੜ ਕਰਵਾਉਂਦਾ ਹੈ ਕਿ ਜੇ ਕੋਈ ਸਾਡੇ ਵਿੱਚ ਵੰਡੀ ਪਾਉਣ ਦੀ ਕੋਸ਼ਿਸ਼ ਕਰਦਾ ਹੈ, ਅਸੀਂ ਉਸ ਨੂੰ ਨਕਾਰਨਾ ਹੈ। ਜੇ ਕੋਈ ਸਾਡੇ ਏਕੇ ਦੀ ਭਾਵਨਾ ਦੇ ਉੱਤੇ ਚੋਟ ਕਰਦਾ ਹੈ, ਅਸੀਂ ਉਸ ਨੂੰ ਤੋੜਨਾ ਹੈ, ਕਿਉਂਕਿ ਅਸੀਂ ਏਕ ਪਿਤਾ ਏਕਸ ਕੇ ਹਮ ਬਾਰਕ ਵੀ ਹਾਂ। ਅਤੇ ਨਾਲ ਗੁਰਬਾਣੀ ਦਾ ਫਰਮਾਨ ਵੀ ਹੈ ਕਿ ਜਿਹੜਾ ਸਾਡੇ ਸਾਂਝੇ ਪਰਿਵਾਰ ਨੂੰ ਤੋੜਨ ਦਾ ਯਤਨ ਕਰਦਾ ਹੈ, ਉਸ ਤੋਂ ਅਸੀਂ ਦੂਰੀ ਬਣਾ ਕੇ ਰੱਖਣੀ ਹੈ, ਕਿਉਂਕਿ ਸਾਡਾ ਧੜਾ ਜਾਂ ਸਾਡਾ ਪਰਿਵਾਰ ਇੱਕ ਖਾਲਸਾ ਪੰਥ ਹੈ। ਪਾਵਨ ਬਾਣੀ ਦਾ ਫਰਮਾਨ ਹੈ, ਕਿਸੀ ਧੜਾ ਕੀਆ ਮਿੱਤਰ ਸੁਤ ਨਾਲ ਭਾਈ, ਕਿਸੀ ਧੜਾ ਕੀਆ ਕੁੜਮ ਸਕੇ ਨਾਲ ਜਵਾਈ, ਕਿਸੀ ਧੜਾ ਕੀਆ ਸਿਕਦਾਰ ਚੌਧਰੀ ਨਾਲ ਆਪਣੇ ਸੁਆਈ, ਹਮਾਰਾ ਧੜਾ ਹਰ ਰਹਿਆ ਸਮਾਈ। ਸਾਡਾ ਧੜਾ ਜਿਹੜਾ ਹੈ ਉਹ ਇੱਕ ਅਕਾਲ ਪੁਰਖ ਪਰਮਾਤਮਾ ਦੇ ਨਾਲ ਹੈ। ਅਸੀਂ ਖਾਲਸਾ ਅਕਾਲ ਪੁਰਖ ਦੀ ਫੌਜ ਹਾਂ ਅਤੇ ਸਾਡਾ ਸਾਂਝਾ ਪਰਿਵਾਰ ਹੈ। ਇਸ ਲਈ ਧੜੇਬੰਦੀਆਂ ਤੋਂ ਜਿਹੜਾ ਹੈ ਸਾਨੂੰ ਉੱਪਰ ਉੱਠਣ ਦੇ ਵਾਸਤੇ, ਧੜੇਬੰਦੀਆਂ ਨੂੰ ਨਕਾਰਨ ਦੇ ਵਾਸਤੇ ਹੀ ਅਰਦਾਸ ਦੇ ਵਿੱਚ ਇਸ ਅੱਖਰ ਨੂੰ ਸ਼ਾਮਿਲ ਕੀਤਾ ਗਿਆ ਹੈ ਕਿ ਅਸੀਂ ਸਾਰੀ ਅਰਦਾਸ ਦੇ ਵਿੱਚ ਪਹਿਲੀ ਜਿਹੜੀ ਵੰਗ ਹੈ
ਜਾਂ ਪਹਿਲੀ ਜੋਦੜੀ ਹੈ ਉਹ ਇਹ ਕਰਦੇ ਹਾਂ ਕਿ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ। ਸਾਰਿਆਂ ਦੀ ਅਸੀਂ ਸਾਂਝੀ ਸਮੁੱਚੀ ਖਾਲਸਾ ਕੌਮ ਦੀ ਅਰਦਾਸ ਇੱਥੋਂ ਅਸੀਂ ਸ਼ੁਰੂ ਕਰਦੇ ਹਾਂ। ਇਸ ਤੋਂ ਪਹਿਲਾਂ ਅਸੀਂ ਜਿਹੜਾ ਹੈ ਉਹ ਕੇਵਲ ਇਤਿਹਾਸ ਨੂੰ ਯਾਦ ਕਰਦੇ ਹਾਂ, ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ ਹਨ ਉਹਨਾਂ ਨੂੰ ਯਾਦ ਕਰਦੇ ਹਾਂ। ਉਸ ਤੋਂ ਪਹਿਲਾਂ 10 ਗੁਰੂ ਸਾਹਿਬਾਨਾਂ ਨੂੰ, ਜਿਨ੍ਹਾਂ ਦੇ ਸਦਕੇ 239 ਸਾਲ ਦੀ ਘਾਲਣਾ ਕਰਕੇ ਸਾਡਾ ਵਜੂਦ ਜਿਹੜਾ ਹੈ ਉਹ ਕਾਇਮ ਹੋਇਆ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਤੋਂ ਲੈ ਕੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਤੱਕ ਇਹ ਸਾਰੀ ਸਾਡੀ ਘਾਟ ਘੜੀ ਗਈ ਖਾਲਸੇ ਦੀ। ਇਹ ਕਦੇ ਕੋਈ ਕਹਿ ਨਹੀਂ ਸਕਦਾ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਕੇਸ ਕੱਟਣ ਤੋਂ ਮਨ੍ਹਾ ਕੀਤਾ ਹੈ। ਗੁਰੂ ਨਾਨਕ ਪਾਤਸ਼ਾਹ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਸੀ ਕਿ ਤੁਸੀਂ ਕੇਸਾਂ ਦੀ ਬੇਅਦਬੀ ਵੀ ਨਹੀਂ ਕਰਨੀ ਅਤੇ ਟੋਪੀ ਵੀ ਨਹੀਂ ਪਹਿਨਣੀ। ਗੁਰੂ ਹਰਿਰਾਏ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਸੀ ਕਿ ਤੰਬਾਕੂ ਦੀ ਵਰਤਣਾ, ਕੇਸਾਂ ਦੀ ਬੇਅਦਬੀ ਨਹੀਂ ਕਰਨੀ। ਅਤੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਇਹਨਾਂ ਸਿੱਖਿਆਵਾਂ ਤੋਂ ਸਾਨੂੰ ਦ੍ਰਿੜ ਕਰਵਾਉਂਦੇ ਹੋਏ ਸਾਨੂੰ ਇੱਕ ਅਮਲੀ ਜਾਮਾ ਪਹਿਨਾਇਆ, ਇੱਕ ਸੂਰਤ ਦਿੱਤੀ, ਇੱਕ ਸਰੂਪ ਦਿੱਤਾ ਕਿ ਹਰ ਸਿੱਖ ਦਾ 5 ਕਕਾਰੀ ਹੋਣਾ ਜ਼ਰੂਰੀ ਹੈ, ਖੰਡੇ ਬਾਟੇ ਦੀ ਪਹੁਲ ਲੈਣੀ ਜ਼ਰੂਰੀ ਹੈ ਅਤੇ ਉਸਨੂੰ ਏਕਤਾ ਦਾ ਜਿਹੜਾ ਅਨੁਭਵ ਹੈ ਉਹ ਹੋਣਾ ਜ਼ਰੂਰੀ ਹੈ। ਇਸੇ ਲਈ ਅਰਦਾਸ ਦੇ ਵਿੱਚ ਅਸੀਂ ਨਿੱਤ ਪ੍ਰਤੀ ਜਦੋਂ ਅਰਦਾਸ ਕਰਦੇ ਹਾਂ ਅਤੇ ਸਾਨੂੰ ਜੁੜ ਕੇ ਸਾਵਧਾਨਤਾ ਦੇ ਨਾਲ ਅਰਦਾਸ ਕਰਨੀ ਚਾਹੀਦੀ ਹੈ। ਅਤੇ ਜਦੋਂ ਇਹ ਪਹਿਰਾ ਆਵੇ ਸਾਨੂੰ ਆਪਣੇ ਆਪ 'ਤੇ ਮਾਣ ਵੀ ਹੋਵੇ, ਮਹਿਸੂਸ ਹੋਵੇ ਮਾਣ ਕਿ ਅਸੀਂ ਇੱਕ ਸਾਂਝੇ ਪਰਿਵਾਰ, ਖਾਲਸਾ ਪਰਿਵਾਰ ਦੇ ਮੈਂਬਰ ਹਾਂ, ਕਲਗੀਧਰ ਪਿਤਾ ਦੇ ਪੁੱਤਰ ਹਾਂ, ਮਾਤਾ ਸਾਹਿਬ ਕੌਰ ਦੇ ਪੁੱਤਰ ਹਾਂ। ਸਾਨੂੰ ਇਹ ਮਾਣ ਵੀ ਹੋਵੇ ਅਤੇ ਸਾਡਾ ਇਹ ਫਰਜ਼ ਵੀ ਹੈ ਕਿ ਅਸੀਂ ਪੰਥ ਦੀ, ਕੌਮ ਦੀ ਏਕਤਾ ਦੇ ਝੰਡਾ ਬਰਦਾਰ ਬਣੀਏ। ਇਹ ਨਹੀਂ ਕਿ ਸਾਡੇ ਕੋਲ ਜਦੋਂ ਪਦਵੀ ਆ ਜਾਵੇਗੀ, ਜਦੋਂ ਕੋਈ ਸਾਨੂੰ ਰੁਤਬਾ ਮਿਲੇਗਾ ਕਿ ਅਸੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਣਾਂਗੇ ਜਾਂ ਪ੍ਰਧਾਨ, ਸੈਕਟਰੀ, ਸਕੱਤਰ, ਕੋਈ ਵੀ ਸਾਨੂੰ ਪਦਵੀ ਮਿਲੂਗੀ ਫਿਰ ਹੀ ਅਸੀਂ ਸਿੱਖੀ ਦਾ ਪ੍ਰਚਾਰ ਕਰ ਸਕਦੇ ਹਾਂ ਜਾਂ ਫਿਰ ਹੀ ਅਸੀਂ ਸਾਂਝੇ ਪਰਿਵਾਰ ਦੀ ਏਕਤਾ ਦੀ ਗੱਲ ਕਰ ਸਕਦੇ ਹਾਂ। ਜਦੋਂ ਅਸੀਂ ਖੰਡੇ ਬਾਟੇ ਦੀ ਪਹੁਲ ਲੈ ਲਈ ਫਿਰ ਅਸੀਂ ਕਿਸੇ ਸੰਸਥਾ ਦੇ ਮੈਂਬਰ ਹਾਂ ਜਾਂ ਨਹੀਂ ਹਾਂ, ਅਸੀਂ ਕਿਸੇ ਗੁਰਦੁਆਰਾ ਕਮੇਟੀ ਦੇ ਮੈਂਬਰ ਹਾਂ ਜਾਂ ਨਹੀਂ ਹਾਂ, ਇਹ ਗੱਲ ਕਿਸੇ ਅਰਥ ਨਹੀਂ। ਜੇ ਅਸੀਂ ਭਾਵਨਾ ਦੇ ਨਾਲ ਆਪਣਾ ਕੌਮੀ ਫਰਜ਼ ਨਿਭਾਉਂਦੇ ਹੋਏ ਆਪਣੀ ਕੌਮ ਦੀ ਏਕਤਾ ਦੀ, ਅਖੰਡਤਾ ਦੀ, ਚੜ੍ਹਦੀ ਕਲਾ ਦੀ ਗੱਲ ਕਰਾਂਗੇ ਅਤੇ ਅਸੀਂ ਕਿਤੇ ਵੀ ਬੈਠੇ ਹੋਈਏ ਅਸੀਂ ਉਸ ਖਾਲਸਾ ਪਰਿਵਾਰ ਦੇ ਮੈਂਬਰ ਹਾਂ। ਸਾਨੂੰ ਆਪਣੇ ਆਪ ਦੇ ਉੱਤੇ ਮਾਣ ਹੋਵੇਗਾ ਕਿ ਅਸੀਂ ਜਿਸ ਕੌਮ ਦੇ ਨਾਲ, ਜਿਸ ਪਰਿਵਾਰ ਦੇ ਨਾਲ ਜੁੜੇ ਹਾਂ, ਅਸੀਂ ਉਸ ਨੂੰ ਇਕੱਠਾ ਰੱਖਣ ਦੇ ਵਾਸਤੇ, ਉਸ ਦੀਆਂ ਮਨੌਤਾਂ ਨੂੰ, ਉਸ ਦੇ ਸਿਧਾਂਤਾਂ ਨੂੰ ਮੰਨਣ ਦੇ ਵਾਸਤੇ ਯਤਨਸ਼ੀਲ ਹਾਂ। ਇਸ ਲਈ ਜਦੋਂ ਵੀ ਮਨ ਦੇ ਅੰਦਰ ਕੌਮ ਦੀ, ਪੰਥ ਦੀ ਸੇਵਾ ਕਰਨ ਦਾ ਚਾਅ ਪੈਦਾ ਹੋਵੇ, ਜਜ਼ਬਾ ਪੈਦਾ ਹੋਵੇ, ਫੁਰਨਾ ਆਵੇ ਕਿ ਅਸੀਂ ਕੌਮ ਦੀ ਸੇਵਾ ਕਰਨੀ ਹੈ, ਉਸ ਵੇਲੇ ਮੈਂਬਰੀਆਂ ਨਾ ਲੱਭੀਏ, ਸੰਸਥਾਵਾਂ ਨਾ ਭਾਲੀਏ ਕਿ ਮੈਂ ਸੰਸਥਾ ਦਾ ਮੈਂਬਰ ਬਣਾਂਗਾ, ਪ੍ਰਧਾਨ ਬਣਾਂਗਾ ਤਾਂ ਹੀ ਮੈਂ ਇਹ ਕਾਰਜ ਕਰਨਾ ਹੈ। ਜੇ ਕੋਈ ਕਾਰਜ ਕਰ ਰਿਹਾ ਤਾਂ ਮੈਂ ਉਸ ਦੇ ਵਿੱਚ ਅੜਿੰਗੇ ਕਰਨੇ ਹਨ ਜਾਂ ਉਸ ਨੂੰ ਰੋਕਣ ਦਾ ਯਤਨ ਕਰਨਾ ਹੈ, ਫਿਰ ਸਾਡੀ ਕੌਮੀ ਭਾਵਨਾ ਨਹੀਂ ਹੋ ਸਕਦੀ, ਫਿਰ ਸਾਡੀ ਏਕੇ ਦੀ ਭਾਵਨਾ ਜਿਹੜੀ ਹੈ ਉਹ ਨਹੀਂ ਹੋਵੇਗੀ। ਇਸ ਲਈ ਸਦਾ ਹੀ ਸਾਨੂੰ ਇਸ ਗੱਲ ਦੇ ਵਾਸਤੇ ਸਾਵਧਾਨ ਰਹਿਣਾ ਹੈ ਕਿ ਸਾਡਾ ਸੁਭਾਅ ਹੈ, ਸਾਡਾ ਫਰਜ਼ ਹੈ, ਅਸੀਂ ਕੌਮ ਦੀ ਸਦਾ ਚੜ੍ਹਦੀ ਕਲਾ ਦੇ ਵਾਸਤੇ, ਏਕਤਾ ਦੇ ਵਾਸਤੇ ਯਤਨਸ਼ੀਲ ਰਹੀਏ, ਉਸ ਦੇ ਝੰਡਾ ਬਰਦਾਰ ਬਣੀਏ ਤਾਂ ਜੋ ਸਾਡੀ ਕੌਮ ਸਦਾ ਹੀ ਚੜ੍ਹਦੀਆਂ ਕਲਾਂ ਦੇ ਵਿੱਚ ਰਹੇ ਅਤੇ ਸਮੁੱਚੇ ਖਾਲਸਾ ਪੰਥ ਦਾ ਆਪਸੀ ਪ੍ਰੇਮ ਪਿਆਰ, ਏਕਾ ਇਤਫਾਕ ਬਣੇ ਅਤੇ ਜਿਸ ਦੇ ਨਾਲ ਸਾਨੂੰ ਗੁਰੂ ਪਾਤਸ਼ਾਹ ਜੀ ਦੀਆਂ ਅਸੀਸਾਂ ਪ੍ਰਾਪਤ ਹੋਣ ਜੀ। ਹੋਈਆਂ ਗਲਤੀਆਂ ਭੁੱਲਾਂ ਦੀ ਖਿਮਾ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਬਸ